यसू मेरे कलम हथ तेरे तू सोने सोने लेख लिख दे। यसू मेरे कलम हथ तेरे तू सोने सोने लेख लिख दे। किते मेरे ते कर्म बतेरे तू सोने सोने लेख लिख दे। यसू मेरे, यसू मेरे। प्रेज द लॉर्ड। अजीज़ो थोड़े लिए फिर दोबारा थोड़े अपने कुलविंदर केंद्र प्रोग्राम यसू ਨੂੰ ਫੋਲੋ ਕਰਦਿਆਂ ਯਿਸੂ ਨਾਲ ਤੁਰਦਿਆਂ ਫੋਲੋਇੰਗ ਜੀਸਸ ਕ੍ਰਾਈਸਟ ਲੈ ਕੇ ਹਾਜ਼ਰ ਹੋਈ ਹਾਂ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਅੱਛਾ ਲੱਗੇਗਾ। ਖੁਦਾਵੰਦ ਦੀ ਹਜ਼ੂਰ ਦੇ ਵਿੱਚ ਤੁਹਾਨੂੰ ਤੇ ਆਪਣੇ ਆਪ ਨੂੰ ਦੁਨੀਆ ਕਿ ਜੋ ਮੇਰੇ ਹੋਠਾਂ ਦੀ ਜ਼ਿੰਮੇਵਾਰੀ ਰਹੇ ਤਾਂ ਕਿ ਮੈਂ ਸੈਸ਼ਨ ਖੁਦਾਵੰਦ ਯਿਸੂ ਮਸੀਹ ਦੀ ਪਾਕ ਰੂਹ ਦੇ ਮੱਸੇ ਨਾਲ ਭਰਪੂਰ ਤੁਹਾਡੀ ਹਜ਼ੂਰ ਦੇ ਵਿੱਚ ਪੇਸ਼ ਕਰ ਸਕਾਂ। ਜੀ ਆਪਾਂ ਗੱਲ ਕਰਨੀ ਹੈ ਯਿਸੂ ਨਾਲ ਤੁਰਦਿਆਂ ਤੇ ਯਿਸੂ ਦੇ ਨਾਲ ਤੁਰਦਿਆਂ ਅਸੀਂ ਪਾਕ ਰੂਹ ਦੀ ਸਮਝਦਾਰੀ ਤੋਂ ਬਗੈਰ ਪਾਕ ਰੂਹ ਦੇ ਬੈਪਟਿਜ਼ਮ ਤੋਂ ਬਗੈਰ ਅਸੀਂ ਕਿਸ ਤਰ੍ਹਾਂ ਯਿਸੂ ਨਾਲ ਤੁਰ ਸਕਦੇ ਹਾਂ। ਅਸੀਂ ਦੇਖਣਾ ਕਿ ਬੈਪਟਿਜ਼ਮ ਵਿਦ ਹੋਲੀ ਸਪਿਰਿਟ ਇਜ਼ ਦ ਬੇਸਿਕ ਕੰਡੀਸ਼ਨ ਫॉर ਐਨੀ ਪਰਸਨ ਟੂ ਬੀ ਕੈਂਡੀਡੇਟ ਫॉर ਦ ਵਰਕ ਆਫ ਗॉड। ਪਾਕ ਰੂਹ ਦਾ ਬਪਤਿਸਮਾ, ਪਾਕ ਰੂਹ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਡਬੋਣਾ, ਉਹਨੂੰ ਮੰਗਣਾ ਤੇ ਫਿਰ ਉਹਨੂੰ ਪਾ ਲੈਣਾ, ਇਹ ਸਾਡੇ ਲਈ ਖੁਦਾਵੰਦ ਦੇ ਕੰਮ ਕਰਨ ਲਈ ਬਹੁਤ ਬਹੁਤ ਜ਼ਰੂਰੀ ਹੈ। ਫਿਰ ਅਸੀਂ ਉਹਦਾ ਵਿਦਿਆਰਥੀ ਬਣ ਸਕਦੇ ਹਾਂ ਜੇ ਅਸੀਂ ਉਹਦੇ ਕੰਮ ਦੇ ਨਾਲ ਪਾਕ ਰੂਹ ਦੀ ਪਹਿਲੇ ਹੋਂਦ ਨੂੰ ਸਮਝਦੇ ਹੋਏ ਉਹਨੂੰ ਅਪਣਾਉਣ ਦੇ ਵਿੱਚ ਉਹਦੀ ਮਰਜ਼ੀ ਤੇ ਆਪਣੀ ਮਰਜ਼ੀ ਨੂੰ ਮਾਈਨਸ ਕਰਕੇ ਉਹ 'ਚ ਬੰਦ ਕਰੀਏ। If the Son of God himself had to receive the Holy Spirit before starting his ministry, as well as the apostles and other disciples, then we must believe that there is a significant need for this baptism during the preparation of the Son of God. ਅਗਰ ਖੁਦਾ ਦੇ ਬੇਟੇ ਖੁਦਾ ਯਿਸੂ ਮਸੀਹ ਨੂੰ ਖੁਦ ਜਿਹੜਾ ਕਿ ਖੁਦਾ ਦਾ ਬੇਟਾ ਸੀ, ਅਗਰ ਉਹਨੂੰ ਖੁਦ ਪਾਕ ਰੂਹ ਦੀ ਲੋੜ ਪਈ ਜਦੋਂ ਉਹ ਆਪਣੀ ਕੰਮ ਮਿਨਿਸਟਰੀ ਸ਼ੁਰੂ ਕਰਨ ਤੋਂ ਪਹਿਲੇ, ਤੇ ਬਾਕੀ ਦੇ ਸਾਰੇ ਜਿਹੜੇ ਵੀ ਅਪੋਸਟਲਸ ਤੇ ਡਿਸਾਈਪਲ ਸੀਗੇ, ਰਸੂਲ ਤੇ ਖੁਦਾ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਖੁਦਾ ਦੀ ਪਾਕ ਰੂਹ ਦੀ ਜ਼ਰੂਰਤ ਪਈ। ਤੇ ਇਸੇ ਤਰ੍ਹਾਂ ਖੁਦਾ ਦੇ ਖਾਦਮ, ਖੁਦਾ ਸਰਵੈਂਟ ਆਫ ਗॉड, ਹਰ ਜਿਹੜਾ ਵੀ ਕੋਈ ਕੰਮ ਕਰਨਾ ਚਾਹੇ ਉਹਨੂੰ ਵੀ ਪਾਕ ਰੂਹ ਦੀ ਮਦਦ ਦੀ, ਪਾਕ ਰੂਹ ਦੇ ਬਪਤਿਸਮੇ ਦੀ ਜ਼ਰੂਰਤ ਹੈ। If you want to be used by the Spirit of God, it's necessary to have experience with Him. ਅਗਰ ਤੁਸੀਂ ਚਾਹੋ ਕਿ ਤੁਹਾਨੂੰ ਪਾਕ ਰੂਹ ਜਿਹੜੀ ਆ ਉਹ ਇਸਤੇਮਾਲ ਕਰੇ, ਖੁਦਾ ਤੁਹਾਨੂੰ ਇਸਤੇਮਾਲ ਕਰੇ ਤੇ ਤੁਹਾਨੂੰ ਖੁਦਾ ਦੀ ਜਿਹੜੀ ਰੂਹ ਤੁਹਾਨੂੰ ਇਸਤੇਮਾਲ ਕਰੇ, ਤੇ ਤੁਹਾਡਾ ਤਜਰਬਾ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਆ। You must know how and when the Lord speaks and inspire you. You must know when He's guiding your life. ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਉਹ ਤੁਹਾਨੂੰ ਤੁਹਾਡੇ ਨਾਲ ਗੱਲ ਕਰਦਾ ਹੈ ਤੇ ਤੁਹਾਨੂੰ ਉਤਸੁਕ ਕਰਦਾ ਆ, ਤੁਹਾਨੂੰ ਉਕਸਾਉਂਦਾ ਆ, ਤੇ ਉਹ ਤੁਹਾਨੂੰ ਗਾਈਡ ਕਰਦਾ, ਭਾਵ ਤੁਹਾਨੂੰ ਤੁਹਾਡੇ ਰਾਹਾਂ ਤੋਂ ਦੱਸਦਾ ਹੈ ਕਿ ਆ ਕਰ ਨਾ ਕਰ, ਤੇ ਤੁਹਾਨੂੰ ਇਹ ਪਛਾਣਨਾ ਆਉਣਾ ਚਾਹੀਦਾ ਆ, ਉਹਦੀ ਆਵਾਜ਼ ਨੂੰ ਪਛਾਣਨਾ ਆਉਣਾ ਚਾਹੀਦਾ। ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੀ ਖੁਦਾ ਦੇ ਬਹੁਤ ਵੱਡੇ ਨਬੀ ਸੈਮੂਅਲ ਦੀ। ਜਦੋਂ ਛੋਟਾ ਜਿਹਾ ਬਾਲ ਹੁੰਦਾ ਹੈ, ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਖੁਦਾ ਦੇ ਮਜ਼ਬੇ ਉੱਤੇ ਖੜੀ ਤੁਹਾਨੂੰ ਖੁਦਾ ਦੇ ਇਸ ਦੇ ਰਹੀ ਹਾਂ ਬਚਨ ਦੀ ਪਾਕ ਰੂਹ ਖੁਦਾ ਦੇ ਨਾਲ ਤੁਰਦੇ ਸੈਸ਼ਨ ਦੀ ਜਾਣਕਾਰੀ। ਤੇ ਉਹ ਅਲਟਰ ਦੇ ਉੱਤੇ ਹੀ ਸੌਂਦਾ ਹੁੰਦਾ ਆ, ਖੁਦਾ ਦੇ ਮਜ਼ਬੇ ਦੇ ਉੱਤੇ। ਤੇ ਉਸ ਵੇਲੇ ਕਿਉਂਕਿ ਉਹਦੀ ਮਾਂ ਹੈ ਨਾ, ਉਹਨੇ ਆਈ ਸੁੱਖਿਆ ਹੁੰਦਾ, ਉਹਦੀ ਸੁੱਖ ਪੂਰੀ ਹੋਈ ਤੇ ਉਹਨੇ ਆਈ ਕੀਤਾ ਹੁੰਦਾ, ਤੇ ਉਹ ਕੀ ਕਰਦੀ ਆ, ਉਹਨੂੰ ਉੱਥੇ ਛੱਡ ਜਾਂਦੀ ਆ, ਅੱਛੇ ਕੱਪੜੇ ਮਤਲਬ ਜਦੋਂ ਦੁੱਧ ਛੁਡਵਾ ਦਿੰਦੀ, ਤੇ ਖੁਦਾ ਦਾ ਰੂਹ ਉਹਦੇ ਨਾਲ ਗੱਲ ਕਰਦਾ ਹੈ। ਤੇ ਪਰ ਉਹਨੂੰ ਸਮਝ ਨਹੀਂ ਹੁੰਦੀ ਜਦੋਂ ਖੁਦਾ ਦਾ ਰੂਹ ਉਹਦੇ ਨਾਲ ਗੱਲ ਕਰਦਾ, ਪਛਾਣ ਨਹੀਂ ਹੁੰਦੀ ਅਜੇ। ਤੇ ਖੁਦ ਰੂਹ ਉਹਨੂੰ ਬੁਲਾਉਂਦਾ ਹੈ, ਕਹਿੰਦਾ ਮੇਰੇ ਬੇਟੇ ਸੈਮੂਅਲ। ਤੇ ਉਹ ਉੱਠ ਖੜਾ ਹੁੰਦਾ, ਤੇ ਉੱਠ ਖੜੇ ਹੋ ਕੇ ਏਲੀ ਨੂੰ ਜਿਹੜਾ ਕਿ ਉਹਦਾ ਉਸ ਵੇਲੇ ਦਾ ਮਾਸਟਰ ਹੁੰਦਾ, ਉਹਨੂੰ ਕਹਿੰਦਾ ਜੀ ਮੈਂ ਹਾਂਜੀ ਤੁਸੀਂ ਮੈਨੂੰ ਬੁਲਾਇਆ। ਉਹ ਫਿਰ ਕਹਿੰਦਾ ਨਹੀਂ ਜੀ ਮੈਂ ਤਾਂ ਤੈਨੂੰ ਨਹੀਂ ਬੁਲਾਇਆ। ਫਿਰ ਉਹ 3 ਵਾਰੀ ਉਹਦੇ ਨਾਲ ਇੰਝ ਹੀ ਹੁੰਦਾ। ਜਦੋਂ ਫਿਰ ਇੱਕ ਵਾਰੀ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਰੂਹ ਖੁਦਾ ਦਾ ਰੂਹ ਗਾਈਡ ਕਰਦਾ ਹੈ, ਕੁਛ ਕਹਿ ਰਿਹਾ। ਉਹ ਕਹਿੰਦਾ ਕਿ ਅੱਛਾ ਅਗਰ ਤੈਨੂੰ ਹੁਣ ਦੁਬਾਰਾ ਇਹ ਆਵਾਜ਼ ਆਈ ਤੇ ਤੂੰ ਕਹੀਂ ਜੀ ਹਜ਼ੂਰ ਖੁਦਾ ਜੀ ਖੁਦਾ ਮੈਂ ਹਾਜ਼ਰ ਹਾਂ, ਤੇਰਾ ਬੰਦਾ ਤੇਰਾ ਨੌਕਰ ਹਾਜ਼ਰ ਹੈ, ਫਰਮਾ। ਸੋ ਸਾਨੂੰ ਸਮਝ ਆਉਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਖ਼ਾਬ ਜਿਹੜਾ ਸਾਨੂੰ ਖੁਦਾ ਸਾਨੂੰ ਕੀ ਕਹਿਣਾ ਚਾਹ ਰਿਹਾ, ਕਿ ਅਸੀਂ ਜਾਣਦੇ ਹਾਂ ਕਿ ਖੁਦਾ ਹੀ ਆ ਜਾਂ ਕਿ ਇਹ ਨਹੀਂ ਖੁਦਾ। ਸਾਨੂੰ ਇਹ ਫਰਕ ਵੀ ਪਤਾ ਹੋਣਾ ਚਾਹੀਦਾ ਜਿਹੜਾ ਕਿ ਅਸੀਂ ਅੱਗੇ ਸਿੱਖਦੇ ਹਾਂ। In short, you must have enough intimacy with him to know everything that he wants from you. ਤੁਹਾਡੀ ਖੁਦਾ ਦੇ ਨਾਲ ਨੇੜਤਾ, ਤੁਹਾਡੀ ਖੁਦਾ ਦੇ ਨਾਲ ਘੁਲਣਾ ਮਿਲਣਾ, ਤੁਹਾਡਾ ਖੁਦਾ ਦੇ ਨਾਲ ਮਿੰਗਲ ਕਰਨਾ
ਖੁਸ਼ ਹੋਣਾ ਖੁਦਾ ਦੇ ਕੋਲੋਂ, ਨਿੱਕੀ ਨਿੱਕੀ ਗੱਲ ਨੂੰ ਵੀ ਪੁੱਛਣਾ ਤੇ ਦੱਸਣਾ ਤੇ ਰੋਣਾ ਤੇ ਹੱਸਣਾ, ਆ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਆ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਖੁਦਾ ਤੁਹਾਨੂੰ ਕੀ ਕਹਿ ਰਿਹਾ, ਕੀ ਤੁਹਾਡੇ ਕੋਲੋਂ ਚਾਹ ਰਿਹਾ। It's like an employer-employee relationship. Before you start, you must know whom you work for and your job description, etc. How many hours a day you will work and how much will you earn. All the information is given during an open conversation between employer and potential employee. ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਜਦੋਂ ਕਿਸੇ ਜੌਬ ਐਪਲੀਕੇਸ਼ਨ ਦੇ ਲਈ ਜਾਂਦੇ ਹੋ ਤੇ ਤੁਹਾਡਾ ਇੰਪਲੋਇਰ ਤੁਹਾਨੂੰ ਸਵਾਲ ਜਵਾਬ ਕਰਦਾ ਆ ਕਿ ਤੁਹਾਡੇ ਕਿਰਦਾਰ ਬਾਰੇ, ਤੁਹਾਡੇ ਕੰਮਕਾਰ ਦੇ, ਉੱਠਣ ਬੈਠਣ ਬਾਰੇ, ਤੁਹਾਡੇ ਖਾਣ ਪੀਣ ਦੇ, ਤੁਹਾਡੇ ਸ਼ੌਕ ਦੇ ਬਾਰੇ ਵੀ ਜਾਣਨਾ ਚਾਹੁੰਦਾ ਕਿ ਕਿਤੇ ਐ ਤਾਂ ਨਹੀਂ ਕਿ ਤੁਸੀਂ ਉੱਥੇ ਬੈਠੇ ਸਾਰਾ ਦਿਨ ਆਪਣੇ ਮੋਬਾਈਲ ਦੇ ਉੱਪਰ ਲੋਕਾਂ ਨਾਲ ਗੱਲਾਂ ਕਰਦੇ ਰਹੋਗੇ ਤੇ ਕੰਮ ਜਿਹੜਾ ਕਰੋਗੇ ਨਹੀਂ, ਜਾਂ ਫਿਰ ਤੁਸੀਂ ਹਰ ਵਕਤ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਪਕਾਉਣ ਦੇ ਤੇ ਆਰਡਰ ਕਰਦੇ ਰਹੋਗੇ ਤੇ ਉਹਦਾ ਕੰਮ ਨਹੀਂ ਕਰੋਗੇ ਤੇ ਤੁਹਾਡਾ ਕੀਤਾ ਹੋਇਆ ਕੰਮ ਵੀ ਦੇਖਣਾ ਚਾਹੁੰਦਾ। ਤੇ ਇਸੇ ਤਰ੍ਹਾਂ ਤੁਸੀਂ ਵੀ ਉਹਦੇ ਬਾਰੇ ਜਾਣਨਾ ਚਾਹੁੰਦੇ ਹੋ ਕਿ ਉਹ ਕਿਹੋ ਜਿਹਾ, ਉਹਦਾ ਰੈਫਰੈਂਸ ਕਿਸ ਤਰ੍ਹਾਂ ਦਾ, ਪਹਿਲੇ ਜਿਹੜੇ ਉਹਦੇ ਕੋਲ ਕੰਮ ਕਰਨ ਆਏ ਆ ਉਹਨਾਂ ਦੇ ਨਾਲ ਉਹਨੇ ਕਿਸ ਤਰ੍ਹਾਂ ਦਾ ਬਿਹੇਵ ਕੀਤਾ। ਇਸੇ ਤਰ੍ਹਾਂ ਖੁਦਾ ਦੇ ਨਾਲ ਜਾਣਨ, ਉਹਦੇ ਨਾਲ ਤੁਰਨ ਲਈ, ਉਹਦੇ ਨਾਲ ਤੁਰਦਿਆਂ ਕਿਉਂਕਿ ਪ੍ਰੋਗਰਾਮ ਆਪਣਾ ਜਿਹੜਾ ਹੈਗਾ ਯਿਸੂ ਨਾਲ ਤੁਰਦਿਆਂ ਫੋਲੋਇੰਗ ਜੀਸਸ ਕ੍ਰਾਈਸਟ, ਕਿ ਖੁਦਾ ਦਾ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਉਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਉਹਨੇ ਤੁਹਾਨੂੰ ਬਣਾਇਆ। ਕਲਾਮੇ ਕਹਿੰਦਾ ਹੈ ਕਿ ਉਹ ਤੁਹਾਡੇ ਹਿਰਦੇ ਤੇ ਗੁਰਦੇ ਨੂੰ ਜਾਚਣ ਵਾਲਾ। ਕਲਾਮੇ ਵੀ ਕਹਿੰਦਾ ਕਿ ਤੁਹਾਨੂੰ ਤੁਸੀਂ ਜਿਹੜਾ ਸੋਚਦੇ ਆ ਉਹ ਤੁਹਾਨੂੰ, ਉਹਨੂੰ ਪਤਾ ਹੈ, ਉਹ ਤੁਹਾਨੂੰ ਆਪਣੇ ਬੰਦੇ ਨੂੰ ਨੀਂਦ ਵਿੱਚ ਹੀ ਦੇ ਦਿੰਦਾ। ਪਰ ਤੁਹਾਡਾ ਖੁਦਾ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਹਨੂੰ ਸਰਵ ਕਰ ਰਹੇ ਹੋ। ਜਿਹਨੂੰ ਤੁਸੀਂ ਅਗਰ ਖੁਦਾਵਾਂ ਦੇ ਖੁਦਾ ਤਾਂ ਲੋਰਡ ਜੀਸਸ ਕ੍ਰਾਈਸਟ ਨੂੰ ਸਰਵ ਕਰ ਰਹੇ ਹੋ ਤੇ ਤੁਹਾਡਾ ਖੁਦਾਵੰਦ ਯਿਸੂ ਮਸੀਹ ਦੇ ਬਾਰੇ 'ਚ ਕੀ ਜਾਣਕਾਰੀ ਆ, ਤੁਸੀਂ ਉਹਨੂੰ ਕੀ ਜਾਣਦੇ ਹੋ, ਤੁਸੀਂ ਉਹਦੇ ਬਾਰੇ 'ਚ, ਉਹਦੀ ਕੁਰਬਾਨੀ ਦੇ ਬਾਰੇ 'ਚ ਕੀ ਜਾਣਦੇ ਹੋ, ਉਹਦੀ ਲਾਈਕਿੰਗ ਡਿਸਲਾਈਕਿੰਗ ਦੇ ਬਾਰੇ 'ਚ ਕੀ ਜਾਣਦੇ ਹੋ, ਉਹਦੀ ਮੁਆਫੀ ਦੇ ਬਾਰੇ 'ਚ ਕੀ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਖੁਦਾ ਜਿਹੜਾ ਹੈ ਉਹ ਆਪਣੇ ਬੰਦੇ ਨੂੰ ਕਦੀ ਇਕੱਲਾ ਨਹੀਂ ਛੱਡਦਾ। ਤੁਹਾਨੂੰ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਅਸੀਂ ਅੱਗੇ ਇਹ ਦੇਖਣਾ ਹੈ ਕਿ the Holy Spirit is the general manager of the work of God in this world. It doesn't matter how considerate or blessed someone is. Nobody is considered the owner of the church of the Lord Jesus Christ. He himself put his spirit in charge of conducting his church, saying, ਅਸੀਂ ਇੱਥੇ ਯਹੋਨਾ ਜਿਹੜਾ ਗੋਸਪਲ ਆਫ ਜੌਨ ਉਹਦੀ 16ਵੇਂ ਚੈਪਟਰ ਦੀ 13ਵੀਂ ਤੇ 14ਵੀਂ ਆਇਤ ਨੂੰ ਦੇਖਾਂਗੇ ਕਿ ਇਹਦੇ ਵਿੱਚ ਖੁਦਾਵਾਂ ਦਾ ਖੁਦਾ ਕਹਿੰਦਾ ਆ। ਮਤਲਬ ਇਹਦੇ ਵਿੱਚ ਮੈਂ ਇੰਗਲਿਸ਼ 'ਚ ਤੁਹਾਡੇ ਨਾਲ ਪੜ੍ਹਾਂਗੀ, ਫਿਰ ਤੁਸੀਂ ਇਹਨੂੰ ਪੰਜਾਬੀ 'ਚ ਵੀ ਪੜ੍ਹ ਸਕਦੇ ਹੋ। ਖੁਦਾ ਇੱਥੇ ਸਾਨੂੰ ਕਹਿੰਦਾ ਆ ਕਿ ਮਤਲਬ when the spirit of truth comes, he will guide you into all truth, for he will not speak on his own authority, but he will speak whatever he hears, and he will tell you things that are to come. He will glorify me, for he will receive from me and will declare it to you. ਇੱਥੇ ਜੌਨ ਬੈਪਟਿਸਟ ਜਿਹੜਾ ਗੋਸਪਲ ਆਫ ਜੌਨ ਦੇ ਵਿੱਚ ਕਹਿੰਦਾ ਆ, ਯਹੋਨਾ ਮਤਲਬ ਦੀ ਮੈਂ ਗੱਲ ਕਰ ਰਹੀ ਹਾਂ, ਉਹ ਕਹਿ ਰਿਹਾ ਆ ਕਿ ਕਹਿੰਦਾ ਜਦੋਂ ਕਹਿੰਦਾ ਖੁਦਾ ਦਾ ਰੂਹ ਤੁਹਾਡੇ ਉੱਤੇ ਆਉਂਦਾ ਹੈ, ਉਹ ਤੁਹਾਨੂੰ ਗਾਈਡ ਕਰਦਾ ਹੈ ਸੱਚ ਦੀ ਬਾਬਤ। ਕਹਿੰਦਾ ਕਿ ਸਾਰਾ ਸੱਚ ਕੀ ਆ, ਤੇ ਕਹਿੰਦਾ ਉਹ ਕਹਿੰਦਾ ਕੋਈ ਵੀ ਇਨਸਾਨ ਮਤਲਬ ਆਪਣੇ ਹੱਕ ਨਾਲ ਨਹੀਂ ਬੋਲਦਾ, ਪਰ ਉਹਦੇ ਹੱਕ ਨਾਲ ਬੋਲਦਾ ਆ ਜਿਹਦੇ ਕੋਲੋਂ ਉਹਨੇ ਸੁਣਿਆ ਹੁੰਦਾ ਬਾਬਾ ਖੁਦਾ ਦੇ ਕੋਲੋਂ। ਹੀ ਵਿਲ ਟੈਲ, ਉਹ ਗੱਲਾਂ ਤੁਹਾਨੂੰ ਦੱਸਦਾ ਜਿਹੜੀ ਹੁਣ ਹੋਣੀਆਂ, ਤੇ ਉਹ ਮੇਰੇ ਨਾਂ ਨੂੰ ਵਡਿਆਏਗਾ, ਜਿਹੜਾ ਕਿ ਕਿਹਦਾ ਨਾਂ, ਖੁਦਾਵੰਦ ਯਿਸੂ ਮਸੀਹ ਦਾ ਨਾਂ। ਹੀ ਵਿਲ ਰਿਸੀਵ, ਉਹ ਮੇਰੇ ਕੋਲੋਂ ਲਏਗਾ ਤੇ ਤੁਹਾਨੂੰ ਉਹਦੇ ਬਾਰੇ 'ਚ ਦੱਸੇਗਾ, ਤੁਹਾਨੂੰ ਉਹਦੇ ਬਾਰੇ 'ਚ ਸਮਝਾਏਗਾ। ਅਸੀਂ ਇੱਥੇ ਇਹ ਦੇਖਿਆ ਕਿ ਇਹ ਸਾਰੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੀ ਦੁਨੀਆ ਦੇ ਉੱਤੇ ਜਿਹੜਾ ਖੁਦਾ ਦਾ ਰੂਹ ਆ ਉਹ ਚਰਚਿਜ਼ ਨੂੰ ਲੀਡ ਕਰਦਾ, ਰਾਜ ਕਰਦਾ ਆ। ਕਿਉਂਕਿ ਕਿਸੇ ਵੀ ਚਰਚ ਦਾ ਭਾਵੇਂ ਕੋਈ ਵੀ ਮਤਲਬ ਕਰਜ਼ਾ ਧਰਤਾ ਕਿਉਂ ਨਾ ਹੋਵੇ, ਤੇ ਅਗਰ ਫਰਜ਼ ਕੀਤਾ ਜਿਸ ਯਿਸੂ ਕੁਝ ਵੀ ਕਰ ਸਕਦਾ ਦੀ ਜਿਹੜੀ ਫਾਊਂਡਰ ਮਤਲਬ ਖੁਦਾ ਨੇ ਮੈਨੂੰ ਚੁਣਿਆ ਤੇ ਇਮਤਿਆਜ਼ ਅਸੀਂ ਦੋਨੋਂ ਰਲ ਕੇ ਇਹ ਸਾਨੂੰ ਖੁਦਾ ਨੇ ਇਹ ਕੰਮ ਸਾਨੂੰ ਸਾਂਝਾ ਦਿੱਤਾ, ਮਿਕਸ ਦੋਨਾਂ ਨੂੰ ਇਕੱਠਿਆ ਕਰਨ ਨੂੰ। ਪਰ ਇਹਦੇ ਬਾਵਜੂਦ ਰੂਹ ਖੁਦਾ ਦਾ ਹੀ ਆ ਜਿਹੜਾ ਇਹ ਕੰਮ ਕਰੇਗਾ। ਇੰਸਟਰਕਸ਼ਨ ਖੁਦਾ ਹੀ ਦਿੰਦਾ ਹੈ, ਤੇ ਅਗਰ ਤੁਸੀਂ ਉਹਦੀ ਇੰਸਟਰਕਸ਼ਨ ਨੂੰ ਫੋਲੋ ਕਰਨਾ ਹੈ ਤੇ ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਉਹਨੂੰ ਜਾਣੋ ਨਾ ਕਿ ਉਹ ਤੁਹਾਨੂੰ ਕੀ ਕਹਿਣਾ ਚਾਹ ਰਿਹਾ, ਤੁਸੀਂ ਉਹਨੂੰ ਵਕਤ ਨਾ ਦਿਓ ਕਿ ਉਹਦੀ ਤੁਹਾਡੇ ਕੋਲੋਂ ਕੀ ਮਰਜ਼ੀ ਆ। ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਅਵੇਲ ਨਹੀਂ ਕਰਦੇ ਆਪਣੇ ਦੁਨਿਆਵੀ ਮਾਲਕ ਲਈ ਵੀ, ਜਿਹਦੀ ਮੈਂ ਤੁਹਾਡੇ ਨਾਲ ਹੁਣੇ ਪਹਿਲੇ ਗੱਲ ਕੀਤੀ ਆ, ਤੇ ਮਾਲਕ ਤੁਹਾਨੂੰ ਕਿਵੇਂ ਦੱਸ ਸਕਦਾ ਕਿ ਅੱਜ ਦਾ ਤੇਰਾ ਸੈਸ਼ਨ ਆ ਤੇ ਅੱਜ ਤੂੰ ਇਹ ਕਰਨਾ, ਤੇ ਕੱਲ ਤੂੰ ਠੀਕ ਨਹੀਂ ਸੀ ਕੀਤਾ, ਇਹਦੇ ਵਿੱਚ ਤੇਰੀ ਇੰਪਰੂਵਮੈਂਟ ਚਾਹੀਦੀ ਆ, ਤੇ ਕੱਲ ਨੂੰ ਮੈਂ ਤੇਰੇ ਕੋਲ ਤੇ ਆਹ ਕਰਵਾਉਣਾ।
ਇਸੇ ਤਰ੍ਹਾਂ ਦੁਨੀਆ 'ਚ ਭਾਵੇਂ ਕਰੋੜਾਂ ਚਰਚ ਕਿਉਂ ਨਾ ਹੋਣ, ਪਰ ਰੂਹ ਖੁਦਾ ਦਾ ਹੀ ਆ ਜਿਹੜਾ ਹਰ ਚਰਚ ਨੂੰ ਆਪਣੀ ਜਿਹੜੀ ਆ ਸੱਚੀ ਤੇ ਸੁੱਚੀ ਜਿਹੜੀ ਆ ਇੰਸਟਰਕਸ਼ਨ ਦਿੰਦਾ। ਪਰ ਉਸ ਹਰ ਚਰਚ ਨੂੰ ਜਿਹੜਾ ਖੁਦਾ ਨੂੰ ਆਪਣਾ ਵਕਤ ਦਿੰਦਾ ਹੈ, ਜਿਹੜਾ ਖਾਦਮ ਉਸ ਸਰਵੈਂਟ ਆਫ ਗੋਡ ਉਸ ਚਰਚ ਦਾ ਖੁਦਾ ਦੇ ਨਾਲ ਜੁੜਦਾ ਆ, ਉਹਦੇ ਕੋਲ ਉਹਦੀ ਮਰਜ਼ੀ ਜਾਣਦਾ ਆ, ਤੇ ਖੁਦਾ ਦਾ ਰੂਹ ਉਹਨੂੰ ਜੋ ਕੁਛ ਉਹ ਕੋ ਅਖਵਾਉਣਾ ਚਾਹੁੰਦਾ, ਕਰਵਾਉਣਾ ਚਾਹੁੰਦਾ, ਫੈਲਾਉਣਾ ਚਾਹੁੰਦਾ, ਉਹ ਜ਼ਰੂਰ ਉਹਨੂੰ ਦੇ ਦਿੰਦਾ। Therefore, the Spirit of Lord Jesus is directly responsible for His church, and He uses those whose hearts are totally surrendered and submission to His will, not by force or violence, but with deep love and respect towards His word. ਕਿ ਕਹਿੰਦੇ ਕਿ ਖੁਦਾਵਾਂ ਦਾ ਖੁਦਾ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣੀ ਰੂਹ ਜਿਹੜੀ ਆ ਉਹ ਉਹਨਾਂ ਉੱਤੇ ਭੇਜਦਾ ਆ, ਜਿਹੜੇ ਉਹਨੂੰ ਉਹਦੇ ਨਾਲ ਗੱਲ ਕਰਨ ਲਈ ਆਪਣੇ ਆਪ ਨੂੰ ਅਵੇਲੇਬਲ ਕਰਦੇ ਆ, ਤਿਆਰ ਕਰਦੇ ਆ। ਤੇ ਕਹਿੰਦਾ ਹੈ ਕਿ ਪਰ ਉਹ ਦਿਲ ਹੋਣੇ ਚਾਹੀਦੇ ਆ ਜਿਹੜੇ ਪੂਰੀ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਦੇ ਪਿਆਰ ਦੇ ਵਿੱਚ ਭਿੱਜੇ ਹੋਣ, ਤੇ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਉਹਦੇ ਅੱਗੇ ਹਾਰ ਦਿੱਤਾ ਹੋਵੇ, ਤੇ ਜਿਹੜੇ ਮਤਲਬ ਪੂਰੀ ਤਰੀਕੇ ਦੇ ਨਾਲ ਆਪਣੀ ਮਰਜ਼ੀ ਨਾਲ, ਆਪਣੀ ਖੁਸ਼ੀ ਨਾਲ, ਆਪਣੀ ਇੱਛਾ ਦੇ ਨਾਲ, ਆਪਣੇ ਦਿਲ ਦੀ ਰੀਝ ਦੇ ਨਾਲ ਖੁਦਾ ਦੇ ਨਾਲ ਤੁਰਨਾ ਚਾਹੁੰਦੇ ਹੋਣ। ਕਹਿੰਦਾ ਇਹ ਜਿਹੜਾ ਕੰਮ ਆ, ਇਹ ਤੁਸੀਂ ਧੱਕੇਬਾਜ਼ੀ ਦੇ ਨਾਲ ਜਾਂ ਕਿਸੇ ਨੂੰ ਗੁੱਥਮ ਗੁੱਥੀ ਹੋ ਕੇ ਨਹੀਂ ਤੁਸੀਂ ਕਿਸੇ ਕੋਲੋਂ ਕਰਵਾ ਸਕਦੇ, ਕਿਉਂਕਿ ਇਹ ਤੇ ਮਨਾਂ ਦਾ ਜਿਹੜਾ ਆ ਸਿਲਸਿਲਾ ਹੈ ਤੇ ਦਿਲਾਂ ਦਾ ਮਾਮਲਾ ਹੈ, ਤੇ ਇਹਨੂੰ ਤੁਸੀਂ ਤੁਹਾਡੇ ਅੰਦਰ ਬਹੁਤ ਡੂੰਘਾ ਪਿਆਰ ਤੇ ਇੱਜ਼ਤ ਤੇ ਬਹੁਤ ਵੱਡੀ ਤੁਹਾਡੇ ਅੰਦਰ ਨਾ ਜਿਹੜੀ ਆ ਉਹ ਇੱਕ ਰੀਝ ਜਿਹਦੀ ਮੈਂ ਗੱਲ ਕੀਤੀ ਆ ਕਿ ਤੁਹਾਡੀ ਨਾ ਆਪਣੇ ਅੰਦਰ ਤੁਹਾਡੀ ਇੱਕ ਤੜਪ ਹੋਣੀ ਚਾਹੀਦੀ ਆ, ਜਿਹੜੀ ਕਿ ਤੁਹਾਨੂੰ ਅਵੇਲੇਬਲ ਕਰਦੀ ਆ, ਤੇ ਫਿਰ ਪਾਕ ਰੂਹ ਉਹਦੇ ਉੱਤੇ ਆਪਣਾ ਪਹਿਰਾ ਕਰਦਾ, ਤੇ ਉਹਨੂੰ ਉਹਨੂੰ ਕੀਤਾ ਜਾਣ ਵਾਲਾ ਕੰਮ ਜਿਹੜਾ ਉਹ ਸਮਝਾਉਂਦਾ। ਮੈਂ ਇੱਥੇ ਤੁਹਾਨੂੰ ਨਾਲ ਇੱਕ ਛੋਟੀ ਚੀਜ਼ ਜ਼ਰੂਰ ਸਾਂਝੀ ਕਰੂੰਗੀ, ਕਿਉਂਕਿ ਖੁਦਾਵਾਂ ਦਾ ਖੁਦਾ ਜਿਹੜਾ ਉਹ ਬਹੁਤ ਵੱਡਾ ਹੈ, ਬਹੁਤ ਵੱਡਾ। ਮੈਂ ਕੋਈ 6-7 ਸਾਲ ਪਹਿਲੇ ਦੀ ਗੱਲ ਕਰ ਰਹੀ ਹਾਂ, ਤੇ ਇਸੇ ਤਰ੍ਹਾਂ ਫਾਸਟ ਚੱਲ ਰਿਹਾ ਸੀਗੇ ਕਿ ਅਸੀਂ ਰੂਹ ਦੇ ਵਿੱਚ ਹੋਰ ਅੱਗੇ ਵਧਣ ਲਈ ਕੁਛ ਜਿਹੜਾ ਨਾ ਉਹ ਆਪਣੇ ਆਪ ਨੂੰ ਨਾ ਪਿਊਰੀਫਾਈ ਕਰ ਰਹੇ ਸੀ। ਮੇਰੇ ਚਰਚ ਵਿੱਚ ਸਾਰੇ ਸੀ, ਤੇ ਅਸੀਂ ਰੋਜ਼ਾ ਰੱਖਿਆ ਹੋਇਆ ਸੀਗਾ, ਅੱਖਾਂ ਦਾ ਰੋਜ਼ਾ, ਕੰਨਾਂ ਦਾ ਰੋਜ਼ਾ ਤੇ ਜ਼ੁਬਾਨ ਦਾ ਰੋਜ਼ਾ। ਅੱਖਾਂ ਨੂੰ ਗਲਤ ਚੀਜ਼ਾਂ ਦੇਖਣ ਤੋਂ ਵਰਜ ਕੇ ਰੱਖਣਾ ਹੈ, ਕੰਨਾਂ ਨੂੰ ਗਲਤ ਗੱਲਾਂ ਸੁਣਨ ਤੋਂ ਵਰਜ ਕੇ ਰੱਖਣਾ, ਜ਼ੁਬਾਨ ਨੂੰ ਗਲਤ ਗੱਲਾਂ ਬੋਲਣ ਤੋਂ ਵਰਜ ਕੇ ਰੱਖਣਾ। ਇਹ ਰੋਜ਼ਾ ਸਾਡਾ ਸੀ, ਤੇ ਜ਼ੁਬਾਨ ਨੂੰ ਹਮੇਸ਼ਾ, ਬੋਲਣ ਨੂੰ ਹਮੇਸ਼ਾ ਕਲਾਮ ਦੇ ਵਿੱਚ ਇੰਡਲਜ ਕਰਨਾ ਰੱਖਣਾ। ਤੇ ਉਸ ਰੋਜ਼ੇ ਦੇ ਦੌਰਾਨ ਮੈਂ ਕੀ ਦੇਖਦੀ ਹਾਂ ਕਿ ਮੈਂ ਆਪਣੇ ਆਪ ਨੂੰ ਨਾ ਅਸਮਾਨ ਦੇ ਉੱਤੇ ਦੇਖੀ ਜਾਂਦੀ ਹਾਂ। ਮੈਂ ਦੇਖੀ ਜਾਂਦੀ ਹਾਂ ਕਿ ਬੱਦਲਾਂ ਦੇ ਉੱਤੇ ਬਹੁਤ ਵੱਡੀ ਸਕਰੀਨ ਆ, ਤੇ ਉਹਦੇ ਵਿੱਚ ਮੈਂ ਆ। ਮੈਂ ਬੜੀ ਹੈਰਾਨ ਹੋਈ ਸੁਬਾਹ ਉੱਠ ਕੇ, ਮੈਂ ਕਿਹਾ ਮੈਂ ਉੱਪਰ ਕੀ ਕਰ ਰਹੀ ਹਾਂ, ਤੇ ਨਾਲੇ ਐਡਾ ਵੱਡਾ ਸਿਨੇਮਾ ਉੱਪਰ ਕਿਉਂ ਲੱਗਿਆ ਹੋਇਆ ਜਿਹਦੇ ਉੱਤੇ ਮੈਂ ਆ ਬੋਲ ਰਹੀ ਇਕੱਲੀ। ਮੈਂ ਬੜੀ ਹੈਰਾਨ ਹੋਈ, ਮੈਂ ਸੋਚਿਆ ਇਹ ਕਿਹੋ ਜਿਹਾ ਸੁਪਨਾ। ਮੈਂ ਦੂਸਰੇ ਦਿਨ ਸੁੱਤੀ, ਫਿਰ ਉਹ ਸੁਪਨਾ। ਮੈਂ ਉੱਪਰ ਆਕਾਸ਼ ਦੇ ਉੱਤੇ, ਅਸਮਾਨ ਦੇ ਉੱਤੇ ਬਹੁਤ ਵੱਡਾ ਟੈਲੀਵਿਜ਼ਨ, ਉਹਦੇ ਵਿੱਚ ਮੈਂ ਬੋਲ ਰਹੀ ਹਾਂ। ਮੈਨੂੰ ਕੁਝ ਸਮਝ ਨਹੀਂ ਪਈ, ਇਹ ਪਤਾ ਨਹੀਂ ਮੈਂ ਕਿਹੋ ਜਿਹਾ ਸੁਪਨਾ। ਪਰ ਥੋੜੇ ਜਦੋਂ ਪੂਰਾ ਹੋਇਆ ਮੇਰਾ ਉਹ ਸੈਸ਼ਨ 21 ਦਿਨਾਂ ਦਾ ਜਿਹੜਾ ਸੀਗਾ ਕਿ ਕੰਨਾਂ ਨੂੰ ਗਲਤ ਚੀਜ਼ਾਂ ਤੋਂ ਬਚਾ ਕੇ ਰੱਖਣਾ, ਉਹ ਰੋਜ਼ਾ, ਤੇ ਮੈਨੂੰ ਇੰਗਲੈਂਡ ਦੇ ਵਿੱਚ ਗਲੋਰੀ ਟੀਵੀ ਜਿਹੜਾ ਕਿ ਏਸ਼ੀਅਨ ਮਸੀਹੀ ਚੈਨਲ ਹੈਗਾ, ਮੈਨੂੰ ਉਹਨਾਂ ਦੀ ਕੋਲ ਆਈ, ਤੇ ਉਹਨਾਂ ਨਾਲ ਮੇਰੀ ਗੱਲ ਹੋਈ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਕੁਲਵਿੰਦਰ ਆਰ ਯੂ ਅਵੇਲੇਬਲ, ਮਤਲਬ ਤੂੰ ਸਾਡੇ ਕੋਲ ਆ ਸਕਦੀ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੇਰੀ ਟੈਸਟਮਨੀ ਬੜੀ ਗ੍ਰੇਟ ਆ, ਉਹਨੂੰ ਰਿਕਾਰਡ ਕਰੀਏ। ਤੇ ਮੈਂ ਕਿਹਾ ਜੀ ਵਾਈ ਨਾਟ, ਬਾਈ ਆਲ ਮੀਨਸ ਜ਼ਰੂਰ। ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੇਰੀ ਟੈਸਟਮਨੀ ਰਿਕਾਰਡ ਕੀਤੀ, ਤੇ ਮੇਰੀ ਟੈਸਟਮਨੀ ਦੇ ਵਿੱਚ ਕਾਫੀ ਰੂਹਾਂ ਨੂੰ ਬਹੁਤ ਅੱਛੀ ਲੱਗੀ, ਤੇ ਬਹੁਤ ਦੂਰੋਂ ਸਾਰਿਆਂ ਨੇ ਕਿਹਾ ਕਿ ਸਾਨੂੰ ਉਹਨਾਂ ਦੇ ਉੱਥੇ ਚੈਨਲ ਦੇ ਉੱਤੇ ਚੱਲਦੀ ਰਹੀ ਬਾਰ-ਬਾਰ ਉਹਨਾਂ ਨੇ ਕਈ ਵਾਰੀ ਚਲਾਈ, ਕਿਉਂਕਿ ਉਹਦੇ ਵਿੱਚ ਕਾਫੀ ਸੀਗਾ ਕਿ ਕਿਸ ਤਰ੍ਹਾਂ ਖੁਦਾ ਨੇ ਮੈਨੂੰ ਪਕੜਿਆ। ਮੈਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ, ਨਦੀ 'ਚ ਛਾਲ ਮਾਰੀ, ਤੇ ਖੁਦਾ ਨੇ ਮੈਨੂੰ ਡੁੱਬਣ ਨਹੀਂ ਦਿੱਤਾ, ਬਲਕਿ ਥੱਲੇ ਲੱਕੜ ਲੈ ਕੇ ਉੱਚਾ ਕਰ ਲਿਆ। ਤੇ ਜਦੋਂ ਖੁਦਾ ਨੇ ਮੈਨੂੰ ਮਤਲਬ ਮੈਨੂੰ ਕਿਹਾ ਕਿ ਤੂੰ ਕਿਸ ਤਰ੍ਹਾਂ ਇਹ ਜਾਨ ਜਿਹੜੀ ਆ ਤੂੰ ਫੈਸਲਾ ਕਿਵੇਂ ਕਰ ਲਿਆ ਕਿ ਤੂੰ ਇਹਨੂੰ ਐਂਡ ਕਰੇਂਗੀ, ਤੂੰ ਕੌਣ ਆ? ਮੈਂ ਆ ਫੈਸਲਾ ਕਰਨ ਵਾਲਾ ਕਿ ਤੂੰ ਦੁਨੀਆ ਤੇ ਹੈ, ਮੈਂ ਆ ਫੈਸਲਾ ਕਰਨ ਵਾਲਾ ਕਿ ਤੂੰ ਕੀ ਕਰੇ। ਤੇਰੀ ਮੇਰੇ ਨਾਲ ਨੇੜਤਾ ਇੰਨੀ ਹੈ ਕਿ ਤੂੰ ਮੈਨੂੰ ਹਰ ਗੱਲ ਪੁੱਛਦੀ, ਦੱਸਦੀ, ਮੈਨੂੰ ਪਿਆਰ ਕਰਦੀ ਆ, ਤੇ ਆਹ ਫੈਸਲਾ ਕਿੱਦਾਂ ਦਾ ਸੀ? ਇਹ ਮੇਰੀ ਛੋਟੀ ਉਮਰ ਦੀ, ਮਤਲਬ ਜਦੋਂ ਮੇਰੀ ਲਾਈਫ 'ਚ ਬਹੁਤ ਪ੍ਰੋਬਲਮ ਸੀਗੀਆਂ, ਉਦੋਂ ਦੀ ਇਹ ਟੈਸਟਮਨੀ ਦੱਸੇਗਾ ਕਿ ਮੈਂ ਯਿਸੂ 'ਚ ਕਿੱਦਾਂ ਆਈ, ਤੇ ਯਿਸੂ ਨੇ ਮੈਨੂੰ ਕਿੱਦਾਂ ਫੜਿਆ, ਯਿਸੂ ਨੇ ਮੈਨੂੰ ਕਿੱਦਾਂ ਆਪਣਾ ਕੰਮ ਕਰਨ ਲਈ ਟ੍ਰੇਨ ਕੀਤਾ। ਪਹਿਲੇ ਫਿਰ ਮੇਰੇ ਕੋਲ ਉਹ ਕੰਮ ਕਰਵਾਇਆ ਜਿਹੜਾ ਮਤਲਬ ਜਿਹੜੀ ਮੈਂ ਜੋ ਕੁਛ ਲਾਈਫ ਨੂੰ ਕਰਨ ਜਾ ਰਹੀ ਸੀ, ਖਤਮ ਕਰਨ ਜਾ ਰਹੀ ਸੀ, ਖੁਦਾ ਕਹਿੰਦੇ ਓਕੇ ਚੱਲ ਇੱਦਾਂ, ਤੇ ਫਿਰ ਇੱਦਾਂ ਹੀ ਸੀ। ਹੁਣ ਮੈਂ ਐਨਾ ਹੀ ਤੈਨੂੰ ਹੁਣ ਮੈਂ ਅਦਰ ਵੇ ਰਾਊਂਡ ਕਰ ਦਿੰਦਾ,
ਤੂੰ ਹੁਣ ਬਚਾਏਂਗੀ ਲੋਕਾਂ ਨੂੰ। ਤੇ ਆ ਮੇਰੀ ਟੈਸਟਮਨੀ ਕਾਫੀ ਵੱਡੀ ਮਹਾਨ ਸੀਗੀ। ਫਿਰ ਉਸ ਤੋਂ ਪਿੱਛੋਂ ਮਤਲਬ ਮੈਂ ਦੱਸਿਆ ਉਹਦੇ ਵਿੱਚ ਕਿ ਕਿੱਦਾਂ ਸਿੱਖ ਫੈਮਲੀਜ਼ ਨੇ ਮੈਨੂੰ ਕਾਫੀ ਕਿਹਾ, ਪਰੇਸ਼ਾਨੀ ਵੀ ਦਿੱਤੀ ਕਿ ਤੂੰ ਇੰਨਾ ਵਧੀਆ ਧਰਮ ਛੱਡ ਕੇ ਤੇ ਤੂੰ ਜੀ ਮਤਲਬ ਮੈਨੂੰ ਇੱਦਾਂ ਦੀ ਐਗਜ਼ਾਮਪਲ ਦਿੱਤੀਆਂ ਜਿਹੜੀਆਂ ਕਿ ਬੜੀਆਂ ਹੈਰਾਨ ਕਰਨ ਵਾਲੀਆਂ ਸੀਗੀਆਂ ਕਿ ਤੂੰ ਇੱਕ ਟਰੱਕ ਦੇ ਬਦਲੇ ਵਿੱਚ ਇੱਕ ਮੋਟਰਸਾਈਕਲ ਵਟਾ ਲਿਆ, ਤੂੰ ਇੰਨਾ ਜਿਹੜਾ 500 ਸਾਲ ਪੁਰਾਣਾ ਧਰਮ ਹੈ ਸਿਰਫ ਇੰਨਾ ਵਧੀਆ ਧਰਮ ਹੈਗਾ ਆ ਜਿਹਦੇ ਵਿੱਚ ਇੰਨੀ ਸੱਚਾਈ ਆ, ਸਫਾਈ ਆ, ਸਭ ਕੁਛ ਆ, ਤੇ ਤੂੰ ਉਹਨੂੰ ਉਹਦੇ ਬਦਲੇ ਮਸੀਹਤ ਨੂੰ ਅਪਣਾ ਲੈ। ਤੇ ਮਤਲਬ ਮੈਂ ਫਿਰ ਇਸੇ ਤਰ੍ਹਾਂ ਮੈਂ ਡ੍ਰੀਮ ਦੇ ਵਿੱਚ ਦੇਖਦੀ ਹਾਂ ਕਿ ਬਹੁਤ ਸਾਰੇ ਜਿਹੜੇ ਆ ਨਾ ਸਿੱਖ ਬਜ਼ੁਰਗ ਉਹ ਆਇਆ ਤੋਂ ਆ ਕੇ ਮੈਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਪਸ ਲੈ ਕੇ ਆਉਣ ਦੀ। ਤੇ ਮੈਂ ਦੇਖਦੀ ਹਾਂ ਕਿ ਉਹ ਇੱਕ ਨਾ ਦਰਵਾਜ਼ੇ ਥਾਣੀ ਆਇਆ ਤੇ ਨਹੀਂ ਸੌਰੀ ਇੱਕ ਸ਼ੀਸ਼ਾ ਵਿੰਡੋ ਥਾਣੀ ਆਇਆ, ਖਿੜਕੀ ਥਾਣੀ, ਤੇ ਖਿੜਕੀ ਥਾਣੀ ਆਇਆ ਆ ਕੇ ਤੋਂ ਮੈਨੂੰ ਕਨਵਿੰਸ ਕਰ ਰਿਹਾ। ਤੇ ਮੇਰੇ ਹੱਥ ਵਿੱਚ ਸਰੀਆ ਆ, ਬਹੁਤ ਵੱਡੀ ਲੋਹੇ ਦੀ ਮੇਰੇ ਹੱਥ ਦੇ ਵਿੱਚ ਬਾਹਰ ਆ, ਡਾਂਗ ਮਤਲਬ ਲੋਹੇ ਦੀ ਸੋਟੀ। ਤੇ ਮੈਂ ਕੀ ਕਰਦੀ, ਉਹ ਲੋਹੇ ਦੀ ਸੋਟੀ ਦੇ ਨਾਲ ਇੰਜ ਖੇਡ ਕੇ ਤੇ ਉਹਨਾਂ ਸਾਰਿਆਂ ਨੂੰ ਭਜਾ ਦਿੰਦੀ ਆ ਥੱਲੇ, ਉਹ ਸਾਰਿਆਂ ਨੂੰ ਥੱਲੇ ਸੁੱਟ ਦਿੰਦੀ ਤੇ ਮੈਂ ਇਕੱਲੀ ਉੱਥੇ ਉੱਪਰ ਹੁੰਦੀ ਆ। ਤੇ ਮੈਂ ਰੀਅਲੀ ਉਹ ਮਤਲਬ ਮੇਰੀ ਟੈਸਟਮਨੀ ਕਾਫੀ ਦੇਰ ਚੱਲਦੀ ਰਹੀ ਕਿਉਂਕਿ ਉਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਨਾ ਉਹ ਸਾਰਿਆਂ ਲਈ ਕਾਫੀ ਇੰਟਰਸਟਿੰਗ ਹੈਗੀਆਂ ਸੀ। ਸੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਕਿ ਖੁਦਾ ਦੇ ਨਾਲ ਤੁਸੀਂ ਜਦੋਂ ਉਹਦੇ ਨਾਲ ਤੁਰਦੇ ਆ ਨਾ, ਉਹਦੇ ਨਾਲ ਤੁਰਦਿਆਂ ਤੁਸੀਂ ਬਹੁਤ ਕੁਝ ਦੇਖੋਗੇ, ਬਹੁਤ ਕੁਝ ਮਤਲਬ ਤੁਸੀਂ ਐਕਸਪੀਰੀਅੰਸ ਕਰੋਗੇ। ਪਰ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਡਾਇਰੈਕਸ਼ਨ ਆ ਉਹ ਸਿਰਫ ਔਰ ਸਿਰਫ ਖੁਦਾਵੰਦ ਖੁਦਾ ਯਿਸੂ ਮਸੀਹ ਦੀ ਪਾਕ ਰੂਹ, ਉਹਦੇ ਪਾਕ ਰੂਹ ਦੀ ਹੋਣੀ ਚਾਹੀਦੀ ਆ। ਐਂਡ ਤੁਸੀਂ ਉਹਦੇ ਨਾਲ ਤੁਰ ਸਕਦੇ ਆ। ਪਾਕ ਰੂਹ ਤੁਹਾਨੂੰ ਗਾਈਡ ਕਰਦਾ ਆ, ਤੁਹਾਨੂੰ ਪ੍ਰੋਵਾਈਡ ਕਰਦਾ ਆ, ਪਰ ਤੁਹਾਨੂੰ ਉਹਦੇ ਲਈ ਆਪਣੇ ਆਪ ਨੂੰ ਅਵੇਲੇਬਲ ਕਰਨਾ ਜ਼ਰੂਰੀ ਹੈ। ਇਸ ਤਰ੍ਹਾਂ ਸੇ ਅੱਗੇ ਵਧਾਈਏ। In regards to Holy Spirit, Jesus said when he comes, he will convict the world of sin and righteousness and of judgment. ਇਸੇ ਚੈਪਟਰ ਦੀ ਮੈਂ ਤੁਹਾਡੇ ਨਾਲ ਪੜ੍ਹ ਰਹੀ ਹਾਂ, ਗੋਸਪਲ ਆਫ ਜੋਨਾ ਇਹਦੇ 16ਵੇਂ ਚੈਪਟਰ ਦੀ ਮੈਂ 8ਵੀਂ ਆਇਤ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਉਹ ਦੁਨੀਆ ਦੇ ਸਾਰੇ ਗੁਨਾਹ ਨੂੰ ਜਿਹੜਾ ਨਾ ਉਹਨੂੰ ਚੁੱਕ ਲਏਗਾ ਤੇ ਉਹਨੂੰ ਉਹ ਜਿਹੜੀ ਰਾਸਤਬਾਜ਼ੀ ਆ ਉਹਦੇ ਵਿੱਚ ਉਹਨੂੰ ਬਦਲ ਦੇਗਾ ਤੇ ਉਹ ਮਤਲਬ ਜਿਹੜੀ ਉਹ ਫਿਰ ਜੱਜਮੈਂਟ ਦਾ ਵੀ ਉਹ ਮਤਲਬ ਉਹ ਜੱਜ ਕਰੇਗਾ। ਚਲੋ ਇਹ ਮੈਂ ਤੁਹਾਡੇ ਨਾਲ ਜਿਹੜੀ ਨਾ ਉਲਥਾ ਤਾਂ ਮੈਂ ਕਰ ਹੀ ਰਹੀ ਹਾਂ, ਪਰ ਮੈਂ ਤੁਹਾਡੇ ਨਾਲ ਨਾ ਇਹਨੂੰ ਮਤਲਬ ਪੰਜਾਬੀ ਦੀ ਜਿਹੜੀ ਮੇਰੀ ਬਾਈਬਲ ਆ ਉਹਦੇ ਵਿੱਚ ਵੀ ਪੜ੍ਹਦੀ ਹਾਂ, ਤੁਹਾਨੂੰ ਮੈਂ ਉਹਦੇ ਵੱਲੋਂ ਵੀ ਦੱਸਦੀ ਹਾਂ। ਜਿੰਨਾ ਚਿਰ ਮੈਂ ਇਹਨੂੰ ਖੋਲ੍ਹਦੀ ਹਾਂ ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਨ ਜਾ ਰਹੀ ਹਾਂ। ਖੁਦਾ ਕਹਿੰਦਾ ਹੈ ਕਿ ਤੁਸੀਂ ਆਪਣਾ ਆਪ ਉਹਨੂੰ ਪੂਰਾ ਇਨਸਾਨ ਚਾਹੀਦਾ ਆ। ਉਹਨੂੰ ਇਹ ਨਹੀਂ ਚਾਹੀਦਾ ਕਿ ਤੁਸੀਂ 90% ਨਹੀਂ ਚਾਹੀਦੇ, ਨਾ ਤੁਸੀਂ ਉਹਨੂੰ ਚਾਹੀਦੇ ਆ 99%, ਉਹਨੂੰ ਤੁਸੀਂ 110% ਚਾਹੀਦੇ ਆ। ਅਤੇ ਜਿਹੜਾ ਤੁਹਾਡੀ ਜ਼ਿੰਦਗੀ ਦਾ ਜੁੰਮਾ ਲੈਣਾ ਚਾਹੁੰਦਾ ਇੱਕ ਜ਼ਿੰਮੇਵਾਰੀ ਕਿ ਓਬਵੀਅਸਲੀ ਉਹਨੂੰ ਤੁਸੀਂ ਪੂਰੇ ਚਾਹੀਦੇ ਆ ਅਤੇ ਤੁਹਾਨੂੰ ਆਪਣੇ ਆਪ ਨੂੰ ਪੂਰੇ ਮਤਲਬ ਦਿਖਾਉਣ ਲਈ ਇਸ ਤਰੀਕੇ ਦੇ ਨਾਲ ਉਹਦੇ ਨਾਲ ਲੜਨਾ ਪੈਣਾ। ਦੇਖੋ ਉੱਤੇ ਲਿਖਿਆ ਹੋਇਆ ਕੌਂਕਰਿੰਗ ਵਿਦ ਜੀਸਸ, ਕਿ ਯਿਸੂ ਦੇ ਨਾਲ ਹਾਸਿਲ ਕਰ ਲੈਣਾ। ਪਰ ਕਿਹੜੀ ਚੀਜ਼ ਤੋਂ ਤੁਸੀਂ ਹਾਸਿਲ ਕਰਨਾ? ਸ਼ੈਤਾਨ ਦੇ ਕੋਲੋਂ ਤੁਸੀਂ ਖੁਦਾ ਦੀ ਬਾਦਸ਼ਾਹੀ ਜਿਹੜੀ ਆ ਉਹ ਤੁਸੀਂ ਲੈਣੀ ਆ। ਅਤੇ ਤੁਸੀਂ ਇੱਥੇ ਇਮੈਜਿਨ ਕਰੋ ਕਿ ਤੁਹਾਡੇ ਕੋਲ ਇੱਕ ਬੜੀ ਵੱਡੀ ਚਾਦਰ ਆ, ਮਤਲਬ ਚਿੱਟੀ, ਜਿਹੜੀ ਮੈਂ ਪਹਿਲੇ ਵੀ ਗਾਉਂਦੀ ਰਹਿੰਦੀ ਹਾਂ। ਉਹਦੇ ਵਿੱਚ ਖੁਦਾ ਨੇ ਉਹਦੇ ਹੱਥ ਵਿੱਚ ਢੇਰਾਂ ਸਾਰੇ ਪੈਸੇ ਆ, ਸੋਨਾ ਚਾਂਦੀ ਵੀ ਆ, ਹੀਰੇ ਜਵਾਹਰਤ ਵੀ ਆ, ਉਹਦੇ ਵਿੱਚ ਅੱਛੀ ਹੈਲਥ ਵੀ ਆ, ਘਰ-ਬਾਰ ਕੌਮਾਂ ਉਮਤਾਂ ਸਭ ਕੁਛ ਆ। ਅਤੇ ਤੁਸੀਂ ਉਹਨੂੰ ਤੁਹਾਡਾ ਉਹਦੇ ਨਾਲ ਬੜੀ ਸੋਹਣੀ ਰਿਸ਼ਤੇਦਾਰੀ ਆ, ਨੇੜਤਾ ਹੈ, ਅਤੇ ਉਹਨੇ ਤੁਹਾਨੂੰ ਮੰਗ ਵੀ ਲਿਆ, ਉਹਨੂੰ ਆਪਣੇ ਬੱਚੇ ਨੂੰ ਦੇਣਾ ਚਾਹੁੰਦਾ। ਜਦੋਂ ਤੁਸੀਂ ਦੁਨੀਆਦਾਰ ਹੁੰਦੇ ਹੋਏ ਵੀ ਆਪਣੇ ਬੱਚੇ ਨੂੰ ਘਰ ਲੈ ਕੇ ਦੇਣਾ ਚਾਹੁੰਦੇ ਹੋ, ਕਾਰਾਂ ਲੈ ਕੇ ਦੇਣਾ ਚਾਹੁੰਦੇ ਹੋ, ਸੋਹਣੇ ਕੱਪੜੇ ਲੈ ਕੇ ਦੇਣਾ ਚਾਹੁੰਦੇ ਹੋ, ਮਾਣ ਕਰਦੇ ਹੋ, ਅਤੇ ਉਹ ਵੀ ਅਤੇ ਤੁਸੀਂ ਕਿਸੇ ਵਿਆਹ ਸ਼ਾਦੀ 'ਚ ਦੇਖਣਾ ਚਾਹੁੰਦੇ ਹੋ ਕਿ ਮੇਰੇ ਬੱਚੇ ਦੇ ਸਭ ਤੋਂ ਸੋਹਣੇ ਕੱਪੜੇ ਹੋਣ, ਮੇਰਾ ਬੱਚਾ ਤੁਰਦਾ ਇੱਦਾਂ ਲੱਗੇ ਜਿੱਦਾਂ ਕਿਤੇ ਇਹ ਰਾਜਕੁਮਾਰ ਜਾਂ ਰਾਜਕੁਮਾਰੀ ਹੈ। ਅਤੇ ਉਹ ਵੀ ਚਾਹੁੰਦਾ ਮੇਰੇ ਬੱਚਿਆਂ ਦੇ ਕੋਲ ਸਭ ਕੁਛ ਹੋਵੇ, ਵੱਡੇ ਘਰ ਹੋਣ, ਸੋਹਣੀਆਂ ਕਾਰਾਂ ਹੋਣ, ਸਾਰਾ ਕੁਛ ਹੋਵੇ, ਮੇਰੇ ਬੱਚਿਆਂ ਦੇ ਕੋਲ ਸਭ ਕੁਛ ਹੋਵੇ। ਅਤੇ ਇਹ ਤੁਹਾਨੂੰ ਕੀ ਲੱਗਦਾ ਤੇ ਸ਼ੈਤਾਨ ਚਾਹੂਗਾ ਕਿ ਤੁਹਾਡੇ ਕੋਲ ਸਾਰਾ ਕੁਛ ਹੋਵੇ? ਜੀ ਨਹੀਂ। ਉਹ ਤੁਹਾਡੀ ਉਹ ਚਾਦਰ ਜਿਹੜੀ ਆ ਉਹਨੂੰ ਤੋੜਨ ਲਈ, ਉਹਨੂੰ ਖਿਲਾਰਨ ਲਈ, ਤੁਹਾਡੇ ਹੀਰੇ ਜਵਾਹਰਤ ਸੋਨੇ ਉਹਨਾਂ ਚੀਜ਼ਾਂ ਨੂੰ ਨਸ਼ਟ ਭ੍ਰਿਸ਼ਟ ਕਰਨ ਲਈ ਉਹ ਕੁਛ ਵੀ ਕਰੂਗਾ। ਜੇ ਉਹਨੂੰ ਤੁਹਾਡੇ ਕੀੜੀਆਂ ਲੜਾਉਣੀਆਂ ਪੈਣ, ਜਾਂ ਤੁਹਾਨੂੰ ਬਿਮਾਰ ਕਰਨਾ ਪਵੇ, ਜਾਂ ਤੁਹਾਨੂੰ ਕੁਛ ਵੀ ਕਿਸੇ ਤਰ੍ਹਾਂ ਤਰੀਕੇ ਨਾਲ ਤੁਹਾਨੂੰ ਕੁੱਟਣਾ ਮਾਰਨਾ ਪਵੇ, ਉਹ ਸਭ ਕੁਛ ਕਰਨ ਦੀ ਕੋਸ਼ਿਸ਼ ਕਰੂਗਾ। ਸੋ ਤੁਸੀਂ ਇਸ ਤਰ੍ਹਾਂ ਜਿੱਦਾਂ ਇੱਕ ਜਿੱਦਾਂ ਇੱਕ ਹੀ ਉਹਨੂੰ ਕਹਿੰਦੇ ਆ ਸਿਪਾਹੀ, ਸੋਲਜਰ, ਫੌਜੀ, ਜਿਸ ਤਰ੍ਹਾਂ ਇੱਕ ਫੌਜੀ ਹਰ ਵੇਲੇ ਲੜਨ ਲਈ ਤਿਆਰ ਰਹਿੰਦਾ, ਡਟਿਆ, ਤੁਸੀਂ ਇਸ ਤਰ੍ਹਾਂ ਕਲਾਮ ਦੀ ਮਦਦ ਦੇ ਨਾਲ
ਕਲਾਮ ਦੀ ਆ ਜਿਹੜੀ ਤਲਵਾਰ ਆ ਦੋ ਧਾਰੀ, ਜਿਹੜੀ ਕਿ ਹਰ ਬੁਰੇ ਤੇ ਚੰਗੇ ਨੂੰ ਕੱਟਦੀ ਆ, ਤੁਸੀਂ ਇੱਦਾਂ ਤਿਆਰ ਰਹਿਣਾ। ਫਿਰ ਤੁਸੀਂ ਆਪਣੀ ਜਿਹੜੀ ਬਖਸ਼ਿਸ਼ ਆ ਖੁਦਾ ਕੋਲ ਪਾ ਸਕਦੇ ਹੋ, ਫਿਰ ਤੁਸੀਂ ਆਪਣੀ ਸਮੇਟ ਸਕਦੇ ਹੋ ਬਲੈਸਿੰਗ ਨੂੰ ਨਾ। ਤੁਹਾਨੂੰ ਇਸ ਤਰ੍ਹਾਂ ਲੜਨਾ ਪੈਣਾ ਖੁਦਾ ਦੀ ਹਜ਼ੂਰ ਦੇ ਵਿੱਚ। ਇਸ ਕਰਕੇ ਮੈਂ ਕਹਿੰਦੀ ਖੁਦਾ ਨੂੰ ਦੇ ਨਾਲ ਤੁਰਦਿਆਂ ਯਿਸੂ ਨਾਲ ਤੁਰਦਿਆਂ ਤੁਹਾਨੂੰ ਹਰ ਵੇਲੇ ਲੜਨਾ ਪੈਣਾ ਬੁਰਾਈ ਦੇ ਨਾਲ। ਇੰਜ ਬੁਰਾਈ ਅੱਖਾਂ ਦੀ ਹੋਏਗੀ, ਤੁਹਾਡੀ ਅੱਖਾਂ ਗਲਤ ਚੀਜ਼ਾਂ ਨੂੰ ਉੱਤੇ ਟਿਕ ਜਾਣਗੀਆਂ, ਤੁਹਾਡੇ ਕੰਨ ਚੁਗਲੀਆਂ ਤੋਂ ਬੜਾ ਆਰਾਮ ਨਾਲ ਸੁਣਨਗੇ ਐਬਜੋਈਆਂ ਨੂੰ, ਤੁਹਾਡੀ ਜ਼ੁਬਾਨ ਜਿਹੜੀ ਆ ਕਿ ਜਿਸ ਤਰ੍ਹਾਂ ਕਿਹਾ ਹੋਇਆ ਕਿ ਜਿਹੜੀ ਚੋਰੀ ਦੀ ਰੋਟੀ ਸੁਆਦਲੀ ਲੱਗਦੀ ਆ, ਜਿਹੜੇ ਹੋਰ ਗੱਲਾਂ ਬੜੀਆਂ ਇੱਦਾਂ ਲੱਗਦੀਆਂ ਸ਼ਹਿਦ 'ਚ ਲਪੇਟੇ ਹੋਣ, ਪਰ ਨਹੀਂ, ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਲੜਨਾ ਆ। ਇੰਜ ਇਸ ਤਲਵਾਰ ਦੇ ਨਾਲ, ਸ਼ਬਦਾਂ ਦੀ ਦੋ ਧਾਰੀ ਤਲਵਾਰ ਦੇ ਨਾਲ ਤੁਸੀਂ ਲੜਨਾ ਆ। ਠੀਕ ਹੈ, ਹੁਣ ਮੈਂ ਜਿੱਦਾਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਹੈ ਕਿ ਮੈਂ ਤੁਹਾਡੇ ਨਾਲ ਜੋ 16ਵੇਂ ਦੀ 8ਵੀਂ ਆਇਤ ਪੜ੍ਹੂੰਗੀ, ਉਹ ਮੈਂ ਜ਼ਰੂਰ ਤੁਹਾਨੂੰ ਦੱਸਦੀ ਹਾਂ। ਠੀਕ ਹੈ ਜੀ, ਇਹ ਹੈਗਾ ਕਿ ਤੇ ਉਹਨੇ ਆਣ ਕੇ ਦੁਨੀਆ ਨੂੰ ਪਾਪ, ਧਰਮ ਤੇ ਨਿਆਂ ਦੇ ਵਿਖੇ ਕਾਇਲ ਕੀਤਾ। ਕਿਹਨੇ? ਖੁਦਾਵਾਂ ਦੇ ਖੁਦਾ ਯਿਸੂ ਮਸੀਹ ਨੇ। ਤੇ ਉਹਨੇ ਆ ਕੇ ਇਸ ਦੁਨੀਆ ਨੂੰ ਪਾਪ, ਧਰਮ ਤੇ ਨਿਆਂ ਦੇ ਵਿਖੇ ਕਾਇਲ ਕੀਤਾ। ਪਾਪ ਦੇ ਵਿਖੇ ਇਸ ਲਈ ਕਿ ਜੋ ਮੇਰੇ ਉੱਤੇ ਨਿਸ਼ਚਾ ਨਹੀਂ ਕਰਦੇ ਉਹ ਸਿੱਖ ਜਾਣ। ਧਰਮ ਦੇ ਵਿਖੇ ਇਸ ਲਈ ਕਿ ਮੈਂ ਬਾਪ ਦੇ ਕੋਲ ਜਾਣਾ ਆ ਤੇ ਫਿਰ ਤੁਸੀਂ ਮੈਨੂੰ ਨਹੀਂ ਵੇਖੋਗੇ। ਨਿਆਂ ਵਿਖੇ ਇਸ ਲਈ ਕਿ ਦੁਨੀਆ ਦੇ ਸਰਦਾਰ ਦਾ ਨਿਆਂ ਕੀਤਾ ਗਿਆ। ਕਿਹਦਾ? ਇੱਥੇ ਸ਼ੈਤਾਨ ਦੀ ਗੱਲ ਹੋਈ ਆ ਕਿ ਕਿਉਂਕਿ ਉਹ ਆਪਣੇ ਆਪ ਨੂੰ ਦੁਨੀਆ ਦਾ ਚੌਧਰੀ ਕਹਿੰਦਾ ਹੈ ਨਾ। ਤੇ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ, ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ। ਖੁਦਾਵਾਂ ਦੇ ਖੁਦਾ ਨੇ ਕਿੱਡੀ ਵੱਡੀ ਗੱਲ ਕੀਤੀ ਕਿ ਜਦੋਂ ਹੁਣ ਜਿਹੜਾ ਛੋਟਾ ਜਿਹਾ ਬੱਚਾ ਆ, ਕਿ ਉਹ ਛੋਟਾ ਜਿਹਾ ਬੱਚਾ ਹੀ ਰੋਟੀ, ਮੱਕੀ ਦੀ ਰੋਟੀ ਸਾਗ ਦੇ ਨਾਲ ਖਾ ਲੇਗਾ, ਜਾਂ ਫਿਰ ਛੋਟਾ ਜਿਹਾ ਬੱਚਾ ਹੀ ਉਹ ਜਿਹੜਾ ਚਿਕਨ ਆ ਉਹਦੀ ਲੈਗ ਨੂੰ ਇੱਦਾਂ ਫੜ ਕੇ ਖਾ ਲੇਗਾ? ਜੀ ਨਹੀਂ, ਉਹ ਦੁੱਧ ਪੀਏਗਾ। ਫਿਰ ਉਸ ਤੋਂ ਪਿੱਛੋਂ ਦੁੱਧ ਤੋਂ ਪਿੱਛੋਂ ਹੌਲੀ ਹੌਲੀ ਥੋੜ੍ਹਾ ਜਿਹਾ ਸੀਰੀਅਲ ਜਾਂ ਫਿਰ ਉਹ ਬੋਇਲਡ ਐਗ ਖਾਏਗਾ ਜਾਂ ਥੋੜ੍ਹਾ ਜਿਹਾ ਇੱਦਾਂ। ਸੋ ਇਸੇ ਤਰ੍ਹਾਂ ਤੁਸੀਂ ਉਦੋਂ ਨਹੀਂ ਸਹਾਰ ਸਕਦੇ ਜਦੋਂ ਤੁਹਾਡੀ ਡਾਈਜੈਸਟਿਵ ਸਿਸਟਮ ਦੇ ਵਿੱਚ ਉਹ ਚੀਜ਼ਾਂ, ਜਿਸ ਤਰ੍ਹਾਂ ਪੇਟ ਦਾ ਤੁਹਾਡਾ ਹਾਜ਼ਮਾ ਖਰਾਬ ਆ ਤਾਂ ਤੁਸੀਂ ਸਖਤ ਚੀਜ਼ਾਂ ਨਹੀਂ ਖਾ ਸਕਦੇ। ਇਸ ਅਗਰ ਤੁਹਾਡੀ ਸੋਚ ਦਾ ਹਾਜ਼ਮਾ ਵੀ ਖਰਾਬ ਆ, ਫਿਰ ਤੁਸੀਂ ਕੋਈ ਵੀ ਇਹੋ ਜਿਹੀ ਜਿਹੜੀ ਖੁਦਾ ਤੁਹਾਨੂੰ ਕਹਿਣਾ ਚਾਹੁੰਦਾ ਚੀਜ਼ ਉਹ ਨਹੀਂ ਸਮਝ ਸਕਦੇ। ਤੁਹਾਡੀ ਸੋਚ ਦੇ ਹਾਜ਼ਮੇ ਦੇ ਦਰੁਸਤ ਰਹਿਣ ਲਈ ਤੁਹਾਨੂੰ ਖੁਦਾ ਦੀ ਮਰਜ਼ੀ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਢਾਲੀ ਰੱਖਣ ਦੀ, ਮਨਫੀ ਕੀਤੇ ਰੱਖਣ ਦੀ ਲੋੜ ਆ, ਤਾਂ ਕਿ ਤੁਸੀਂ ਹਰ ਵੇਲੇ ਉਹ ਕਹੋ ਜਿਸ ਤਰ੍ਹਾਂ ਸੈਮੂਅਲ ਕਹਿੰਦਾ ਸੀ, ਜੀ ਮੈਂ ਹਾਜ਼ਰ ਹਾਂ। ਜਿਸ ਤਰ੍ਹਾਂ ਜੇ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਅਵੇਲੇਬਲ ਕਰੀ ਜਾਓ ਖੁਦਾ ਨੂੰ, ਕਹੋ ਜੀ ਖੁਦਾਵੰਦ ਮੈਨੂੰ ਯੂਜ਼ ਕਰੋ, ਖੁਦਾਵੰਦ ਮੈਨੂੰ ਯੂਜ਼ ਕਰੋ, ਖੁਦਾਵੰਦ ਮੈਨੂੰ ਵਰਤ ਲਓ, ਜਿੱਥੇ ਵੀ ਵਰਤਣਾ ਚਾਹੁੰਦੇ ਹੋ ਮੈਨੂੰ ਵਰਤੋ। ਫਿਰ ਖੁਦਾ ਤੁਹਾਨੂੰ ਵਰਤੇਗਾ, ਤੁਹਾਨੂੰ ਯੂਜ਼ ਕਰੇਗਾ। ਤੁਸੀਂ ਇਹ ਮੰਗ ਨਹੀਂ ਕਰ ਸਕਦੇ ਕਿ ਤੁਸੀਂ ਮੈਨੂੰ ਯੂਜ਼ ਕਰੋ ਸਿਰਫ ਅੱਛੀਆਂ ਸੜਕਾਂ ਉੱਤੇ। ਮੈਂ ਤਾਂ ਨਹੀਂ ਇਹ ਮੰਗ ਕੀਤੀ ਖੁਦਾ ਕੋਲੋਂ ਕਿ ਤੁਸੀਂ ਮੈਨੂੰ ਸਿਰਫ ਅਮਰੀਕਾ 'ਚ ਯੂਜ਼ ਕਰੋ, ਜਾਂ ਕੈਨੇਡਾ 'ਚ ਯੂਜ਼ ਕਰੋ, ਕੱਲੇ ਇੰਗਲੈਂਡ 'ਚ ਯੂਜ਼ ਕਰੋ, ਜਾਂ ਕੱਲੇ ਸ਼ਿਕਾਗੋ 'ਚ ਯੂਜ਼ ਕਰੋ। ਜੀ ਨਹੀਂ, ਹਾਲਾਂਕਿ ਮੇਰੇ ਰਿਸ਼ਤੇਦਾਰ ਇਹਨਾਂ ਸਾਰੀ ਕੰਟਰੀਜ਼ ਦੇ ਵਿੱਚ ਹੈਗੇ ਨੇ, ਇਹਨਾਂ ਨਾਲ ਮੇਰਾ ਬੜਾ ਗੂੜਾ ਸੰਬੰਧ ਵੀ ਆ। ਪਰ ਮੈਂ ਖੁਦਾ ਨੂੰ ਇਹ ਕਿਹਾ ਸੀ, ਜਦੋਂ ਮੈਂ ਤੁਹਾਨੂੰ ਸੁਪਨਾ ਦੱਸਿਆ ਕਿ ਮੈਂ ਆਪਣੇ ਆਪ ਨੂੰ ਦੇਖਿਆ ਕਿ ਮੈਂ ਅਸਮਾਨ ਦੇ ਉੱਤੇ ਇੱਕ ਬਹੁਤ ਵੱਡਾ ਸਿਨੇਮਾ, ਬਹੁਤ ਵੱਡੀ ਸਕਰੀਨ ਆ, ਤਾਂ ਸਕਰੀਨ ਦੇ ਉੱਤੇ ਮੈਂ ਆ ਤੇ ਮੈਂ ਸਕਰੀਨ ਦੇ ਉੱਤੇ ਆ। ਪਰ ਫਿਰ ਮੈਂ ਖੁਦਾ ਨੂੰ ਕਿਹਾ ਕਿ ਖੁਦਾ ਮੈਨੂੰ ਤੂੰ ਜਿਹੜਾ ਦਿਖਾ ਲਿਆ ਆ ਕਿ ਮੈਂ ਦੁਨੀਆ ਨੂੰ ਸਾਰਿਆਂ ਨੂੰ ਬੋਲ ਕੇ ਤੇਰਾ ਨਾਂ ਦੱਸਣਾ ਚਾਹੁੰਦੀ ਹਾਂ। ਕਿਉਂਕਿ ਮੈਨੂੰ ਫਿਰ ਉਸ ਤੋਂ ਬਾਅਦ ਗਲੋਰੀ ਟੀਵੀ ਨੇ ਆ ਕੇ ਮੈਨੂੰ ਉਹਨਾਂ ਨੇ ਕੰਟੈਕਟ ਕੀਤੀ ਕਿ ਮੈਨੂੰ ਕਿਹਾ ਕਿ ਤੂੰ ਸਾਡੇ ਨਾਲ ਖੁਦਾ ਦਾ ਕਲਾਮ ਸਾਂਝਾ ਕਰ ਤੇ ਦੱਸ ਸਾਰਿਆਂ ਨੂੰ। ਤੇ ਮੈਂ ਫਿਰ ਉਹਨਾਂ ਨਾਲ ਜੁੜ ਗਈ। ਫਿਰ ਉੱਥੇ ਖੁਦਾ ਮੈਨੂੰ ਕਾਫੀ ਵਾਰੀ ਆਪਣੀ ਜਿਹੜੀ ਉਹਦੀ ਜਨਮ ਭੂ ਹੈਗੀ ਸੀਗੀ ਯਰੂਸ਼ਲਮ, ਉੱਥੇ ਲੈ ਕੇ ਗਿਆ ਮੈਨੂੰ ਪਿਤਾ ਜੀ ਕਿੰਨੀ ਵਾਰੀ। ਬਹੁਤ ਪਿਆਰਾ, ਮੈਂ ਭਰ ਗਈ ਹਾਂ ਮੈਂ ਰੂਹ ਦੇ ਨਾਲ। ਉਹ ਇੰਨਾ ਪਿਆਰਾ ਮਾਹੌਲ ਕਿ ਜਦੋਂ ਅਸੀਂ ਜਿਹੜੀ ਗੈਲੀਲੀ ਦੀ ਲੇਕ ਹੈਗੀ, ਗਲੀਲ ਦੀ ਝੀਲ, ਤੁਸੀਂ ਜਦੋਂ ਉਹਦੇ ਉੱਤੇ ਜਾਂਦੇ ਆ ਤੁਹਾਨੂੰ ਲੋਕਾਂ ਨੂੰ ਅੱਜ ਵੀ ਖੁਦਾਵੰਦ ਯਿਸੂ ਮਸੀਹ ਤੁਰਦੇ ਨਜ਼ਰ ਆ ਜਾਂਦੇ ਨੇ। ਤਾਂ ਇਹ ਬਹੁਤ ਬਿਊਟੀਫੁਲ, ਮਤਲਬ ਖੁਦਾ ਨੇ ਚੀਜ਼ਾਂ ਦਿਖਾਈਆਂ, ਬਾਅਦ 'ਚ ਕੰਮ ਕੀਤੇ ਉਹਨਾਂ ਨੇ ਆਪਣੇ। ਐਂਡ ਹੁਣ ਫਿਰ ਖੁਦਾ ਨੇ ਮੈਨੂੰ ਫਿਰ ਪਾਕਿਸਤਾਨ ਦੇ ਵਿੱਚ ਇਸਤੇਮਾਲ ਕੀਤਾ, ਮੈਨੂੰ ਇੱਥੇ ਲੈ ਕੇ ਉਹਨਾਂ ਨੇ ਤੇ ਮੇਰੇ ਦਿਮਾਗ ਨੂੰ ਵੀ ਤਿਆਰ ਕੀਤਾ। ਕਿਉਂਕਿ ਜਦੋਂ ਮੈਂ ਇੱਥੇ ਆਉਣਾ, ਮਤਲਬ ਜਦੋਂ ਮੇਰਾ ਟ੍ਰਿਪ ਇੱਥੇ ਆਉਣਾ ਹੁੰਦਾ, ਜਿੱਦਾਂ ਹੁਣ ਉੱਥੇ ਜਾਣਾ ਫਿਰ ਉੱਥੇ ਲਈ ਲੈ ਕੇ ਜਾਣਗੇ, ਇੱਥੇ ਆਉਣਾ ਹੁੰਦਾ ਤੇ ਮੈਨੂੰ ਪਹਿਲੇ ਇੱਥੋਂ ਦੇ ਨਾਲੇ ਜਿਹੜੇ ਗੰਦੇ ਮੰਦੇ, ਤੇ ਇੱਥੋਂ ਦੀਆਂ ਜਿਹੜੀਆਂ ਆਹ ਸੜਕਾਂ ਜਿਹੜੀਆਂ ਟੁੱਟੀਆਂ ਫੁੱਟੀਆਂ, ਜਾਂ ਇੱਥੋਂ ਦੀਆਂ ਸਬਜ਼ੀਆਂ ਜਿਹੜੀਆਂ ਗੰਦੀਆਂ ਮੰਦੀਆਂ ਸੁੱਟੀਆਂ ਲੋਕਾਂ ਨੇ, ਆਹ ਸਾਰਾ ਕੁਝ ਮੈਨੂੰ ਡ੍ਰੀਮ ਦੇ ਵਿੱਚ ਖੁਦਾ ਇਸ ਤਰ੍ਹਾਂ ਦਿਖਾ ਦਿੰਦੇ ਨੇ ਕਿ ਤੂੰ ਹੁਣ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਤੂੰ ਹੁਣ ਸਵਿਚ 180 ਡਿਗਰੀ ਤੋਂ ਹੁਣ ਤੂੰ ਵਾਪਸ 360 ਡਿਗਰੀ ਦੇ ਵਿੱਚ ਲਈ ਆਪਣੇ ਆਪ ਨੂੰ ਤਿਆਰ ਕਰ।
ਪਰ ਕਿਉਂ? ਕਿਉਂਕਿ ਮੈਂ ਉਹਨੂੰ ਆਪਣਾ ਆਪ ਅਵੇਲ ਕਰਦੀ ਹਾਂ। ਮੈਂ ਉਹਨੂੰ ਕਹਿੰਦੀ ਹਾਂ ਕਿ ਤੂੰ ਮੈਨੂੰ ਕੰਡਿਆਂ ਤੇ ਤੁਰਾ ਲਾ, ਤੇ ਫਿਰ ਪੈਰ ਜੜਿਆ ਉਹ ਲੋਹੇ ਦੇ ਬਣਾ ਦੇ। ਜੇ ਤੂੰ ਮੈਨੂੰ ਮਤਲਬ ਹਵਾ 'ਚ ਉਡਾਉਣਾ ਹੈ ਤੇ ਤੂੰ ਮੈਨੂੰ ਹਲਕੀ ਫੁੱਲ ਨਾਲ ਵੀ ਹਲਕੀ ਕਰ ਦੇ। ਜੇ ਤੂੰ ਮੈਨੂੰ ਜੋ ਤੂੰ ਮੈਨੂੰ ਕਰਨਾ ਚਾਹੁੰਦਾ ਉਹ ਕਰ। ਅਗਰ ਮੇਰੇ 'ਚ ਕੋਈ ਊਣਤਾਈ ਆ ਤੇ ਜਿਸ ਤਰ੍ਹਾਂ ਇੱਕ ਤੱਤੀ ਪ੍ਰੈਸ ਨਹੀਂ ਜਿਹੜੀ ਹੌਟ ਆਇਰਨ, ਤੂੰ ਉਹਦੇ ਨਾਲ ਪ੍ਰੈਸ ਕਰਕੇ ਸਾਰੇ ਵੱਟ ਵੱਲ ਕੱਢ ਦੇ ਤੇ ਮੈਨੂੰ ਤੂੰ ਆਪਣੇ ਮੁਤਾਬਿਕ ਬਣਾ, ਆਪਣੇ ਕਾਬਿਲ ਬਣਾ, ਤਾਂ ਕਿ ਮੈਂ ਤੇਰਾ ਕੰਮ ਤੇਰੀ ਮਰਜ਼ੀ ਨਾਲ ਕਰਾਂ, ਆਪਣੀ ਮਰਜ਼ੀ ਨਾਲ ਨਹੀਂ। ਸੋ ਖੁਦਾ ਦੇ ਨਾਲ ਤੁਰਦਿਆਂ ਤੁਹਾਨੂੰ ਵੀ ਆਪਣੇ ਸਾਰੇ ਵੱਟ ਵੱਲ ਖੁਦਾ ਦੇ ਕੋਲੋਂ ਕਢਵਾਉਣ ਲਈ ਉਹਦੇ ਨੇੜੇ ਹੋਣਾ ਪਏਗਾ। ਉਹਦੇ ਨਾਲ ਉਹਦੇ ਹਿਸਾਬ ਨਾਲ ਗੱਲ ਕਰਨੀ ਪਏਗੀ, ਜਿਸ ਤਰ੍ਹਾਂ ਮੈਂ ਤੁਹਾਡੇ ਹਿਸਾਬ ਨਾਲ ਪੰਜਾਬੀ 'ਚ ਗੱਲ ਕਰ ਰਹੀ ਹਾਂ। ਸੋ ਮੈਨੂੰ ਆਸ ਹੈ ਕਿ ਮੇਰਾ ਇਸ ਜਿਹੜਾ ਤੁਹਾਡੇ ਨਾਲ ਮਿਲਣਾ, ਬੋਲਣਾ, ਤੁਹਾਡੇ ਨਾਲ ਖੁਦਾ ਦੇ ਬਾਰੇ 'ਚ ਗੱਲ ਕਰਨਾ, ਆਪਣੇ ਤਜਰਬਿਆਂ ਬਾਰੇ 'ਚ ਤੁਹਾਨੂੰ ਦੱਸਣਾ, ਜਿਹੜਾ ਕਿ ਉਹਦੇ ਨਾਲ ਨੇ ਤੁਹਾਨੂੰ ਪਸੰਦ ਆਇਆ ਹੋਏਗਾ। ਅਤੇ ਤੁਸੀਂ ਵੀ ਅਗਰ ਖੁਦਾ ਦੇ ਨਾਲ ਤੁਰਨਾ ਚਾਹੁੰਦੇ ਹੋ, ਉਹਦੀ ਮਰਜ਼ੀ ਨੂੰ ਜਾਣਨਾ ਚਾਹੁੰਦੇ ਹੋ, ਅਤੇ ਆਪਾਂ ਦੋਨਾਂ ਨੇ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ, ਤੁਸੀਂ ਉਹਦੇ 'ਚ ਸ਼ਾਮਲ ਹੋਵੋ, ਤਾਂ ਕਿ ਖੁਦਾ ਜਿਸ ਤਰ੍ਹਾਂ ਮੇਰੀ ਦਿਲ ਦੇ ਮੁਤਾਬਿਕ ਮੈਨੂੰ ਇਸਤੇਮਾਲ ਕਰ ਰਹੇ ਨੇ, ਤੁਹਾਡੇ ਦਿਲ ਦੇ ਮੁਤਾਬਿਕ ਤੁਹਾਨੂੰ ਵੀ ਇਸਤੇਮਾਲ ਕਰਨ। ਕਦੂਸ ਮਿਹਰਬਾਨ ਬਾਪ, ਜ਼ਮੀਨ ਅਸਮਾਨ ਬਣਾਉਣ ਵਾਲੇ, ਧਰਤੀ ਜ਼ਰੇ ਪੈਦੇ ਚੁੱਕੇ ਅਸਮਾਨ ਤੇਰਾ ਸੰਗਾਸ਼ਨ, ਇਬਰਾਹਿਮ ਇਸਾਕ ਯਕੂਬ ਦੇ ਖੁਦਾ ਯਿਸੂ ਮਸੀਹ ਖੁਦਾ ਬਾਪ ਪਿਤਾ ਖੁਦਾ, ਤੇਰੀ ਪਾਕ ਪੁੱਤਰ ਜ਼ਰੂਰ ਵਿੱਚ ਤੇਰਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਖੁਦਾਵੰਦ ਕਿ ਤੂੰ ਆਪਣੇ ਬੇਟੇ ਬੇਟੀਆਂ ਦੇ ਨਾਲ ਗੱਲ ਕਰ ਰਿਹਾ ਖੁਦਾਵੰਦ। ਤੂੰ ਇਹਨਾਂ ਦੇ ਦਿਲਾਂ ਦੀਆਂ ਧਰਤੀਆਂ ਨੂੰ ਖੁਦਾਵੰਦ ਨਰਮ ਕਰ ਖੁਦਾਵੰਦ, ਜਿੱਥੇ ਕਿ ਤੇਰੇ ਪਿਆਰ ਦਾ ਪੌਦਾ ਉੱਗ ਸਕੇ ਤੇ ਖੁਦਾਵੰਦ ਨੂੰ ਤੇਰੀ ਮਰਜ਼ੀ ਦਾ ਵੱਡਾ ਦਰਖਤ ਬਣ ਕੇ ਤੇਰੀ ਮਰਜ਼ੀ ਦੇ ਫੁੱਲਾਂ ਦੇ ਨਾਲ ਖੁਦਾਵੰਦ ਉਹ ਸਾਰੀ ਦੁਨੀਆ ਨੂੰ ਮਹਿਕਾਇਆ ਜਾ ਸਕੇ ਖੁਦਾਵੰਦ, ਤੇਰੇ ਕਲਾਮ ਨੂੰ ਵੰਡਿਆ ਜਾ ਸਕੇ ਖੁਦਾਵੰਦ, ਤੇਰੀ ਖੁਸ਼ਬੂ ਹਰ ਨੱਕ ਦੇ ਅੱਗੇ ਫ੍ਰੈਗਰੈਂਸ ਦਾ ਕੰਮ ਕਰੇ। ਤੇਰਾ ਮੈਂ ਧੰਨਵਾਦ ਕਰਦੀ ਹਾਂ ਖੁਦਾਵੰਦ। I thank you for this moment which you've given me in order to glorify your good name with the authority of Lord Jesus Christ. Amen.